ਤੁਸੀਂ ਖੁਦ ਕਿਹਾ ਸੀ ਕਿ ਝੂਠੇ ਪਰਚੇ ਕਰਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਹੁਣ ਦੇਖਦੇ ਆ ਖੈਰ ਕਿੰਨਾਂ ਦੀ ਨਹੀਂ ਹੁੰਦੀ, ਕਿਉਂਕਿ ਹੁਣ ਤਾਂ ਇਹ ਵੀ ਸਾਬਤ ਹੋ ਗਿਆ ਕਿ ਝੂਠਾ ਪਰਚਾ ਕਰਵਾਇਆ ਗਿਆ। ਬੀਬੀ ਖੁਦ ਕਬੂਲ ਗਈ, ਬੀਬੀ ਖੁਦ ਮੰਨ ਗਈ। ਹੁਣ ਐਡੂ ਵੱਡਾ ਸਬੂਤ ਕੀ ਦੇ ਦਈਏ ਤੁਹਾਨੂੰ? ਉਹ ਬੀਬੀ ਦੀ ਮਾਤਾ ਜਨਾਬ ਖੁਦ ਕਹਿ ਰਹੀ ਹੈ ਕਿ ਮੇਰਾ ਮੁੰਡਾ ਚਿੱਟਾ ਵੇਚਦਾ, ਐਡੂ ਵੱਡਾ ਸਬੂਤ ਕੀ ਮਿਲ ਜੂ? ਜਿਹੜੇ ਖੁਦ ਕਬੂਲੀ ਜਾਂਦੇ ਕਿ ਸਾਡਾ ਮੁੰਡਾ ਚਿੱਟਾ ਵੇਚਦਾ, ਉਹਨੂੰ ਫੜ ਕੇ ਸੁੱਟੋ, ਉਹਦੇ ਤੇ ਪਰਚਾ ਕਰੋ ਤਾਂ ਮੰਨੀਏ। ਜਾਂ ਤਾਂ ਉਹ ਬੀਬੀ ਝੂਠ ਬੋਲ ਰਹੀ ਆ ਤੇ ਜਾਂ ਫਿਰ ਵਾਕਿਆ ਦੇ ਵਿੱਚ ਤੁਹਾਡੀ ਪੁਲਿਸ ਨੇ ਜਿਹੜੀ ਹੈਗੀ ਆ ਦਬਾਅ ਪਾ ਕੇ ਪਰਚਾ ਦਰਜ ਕਰਵਾਇਆ। ਗੱਲਾਂ ਦੋ ਨੇ, ਬੀਬੀ ਝੂਠ ਬੋਲਦੀ ਹੁੰਦਾ, ਬੀਬੀ ਸਾਰੀ ਪੰਚਾਇਤ ਦੇ ਵਿੱਚ ਕਬੂਲਨਾਮਾ ਦੇਤਾ। ਅਗਲੀ ਗੱਲ ਇਹ ਆ ਕਿ ਜੇਕਰ ਤੁਹਾਡੀ ਜਿਹੜੀ ਪੁਲਿਸ ਆ ਉਸਨੇ ਦਬਾਅ ਪਾ ਕੇ ਪਰਚਾ ਕਰਵਾਇਆ ਤਾਂ ਕਿਉਂ ਕਰਵਾਇਆ? ਇਹ ਕਹਿ ਕੇ ਆਈ ਸੀ ਕਿ ਉਹ ਝੂਠੇ ਪਰਚੇ ਕਰਵਾਉਂਦੇ ਰਹੇ ਆ। ਇਹ ਕਹਿ ਕੇ ਆਈ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਪੱਗਾਂ ਰੁਲਦੀਆਂ ਰਹੀਆਂ। ਇਹ ਕਹਿ ਕੇ ਆਈ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਚੁੰਨੀਆਂ ਰੁਲਦੀਆਂ ਰਹੀਆਂ। ਇਹ ਕਹਿ ਕੇ ਆਈ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਧਰਨੇ ਲੱਗਦੇ ਰਹੇ ਨੇ, ਡਾਂਗਾਂ ਪੈਂਦੀਆਂ ਰਹੇ ਨੇ। ਪਰ ਹੋ ਤਾਂ ਉਹ ਸਭ ਕੁਝ ਹੁਣ ਵੀ ਰਿਹਾ। ਕਿਵੇਂ ਮੰਨ ਲਈਏ ਬਦਲਾਇਆ? ਸਵਾਲ ਚੁੱਕਣੇ ਵੀ ਤਾਂ ਤੁਸੀਂ ਜਨਾਬ ਸਿਖਾਇਆ। ਤੁਸੀਂ ਕਿਹਾ ਸੀ ਲੀਡਰਾਂ ਨੂੰ ਸਵਾਲ ਚੁੱਕਿਆ ਕਰੋ। ਤੁਸੀਂ ਤਾਂ ਕਿਹਾ ਸੀ ਕਿ ਇਹ ਜਿਹੜੇ ਨੁਮਾਇੰਦੇ ਨੇ, ਸਰਕਾਰੀ ਨੁਮਾਇੰਦੇ ਨੇ, ਤੁਹਾਡੇ ਜੇਬਾਂ ਦੇ ਵਿੱਚੋਂ ਨੇ ਤਨਖਾਹਾਂ ਜਾਂਦੀਆਂ, ਸਵਾਲ ਚੁੱਕਿਆ ਕਰੋ। ਸਰ ਅਸੀਂ ਉਹੀ ਤਾਂ ਸਵਾਲ ਚੁੱਕ ਰਹੇ ਹਾਂ। ਮਾਨਸਾ ਦੇ ਵਿੱਚ ਇਕੱਠ ਹੋਇਆ। ਇੱਕ ਗੱਲ ਤਾਂ ਸਾਬਤ ਆ ਕਿ ਚਿੱਟੇ ਤੋਂ ਦੁਖੀ ਸਾਰਾ ਪੰਜਾਬ ਆ। ਕਿੱਥੇ ਤਾਂ ਤੁਹਾਨੂੰ ਸਲਾਉਣਾ ਚਾਹੀਦਾ ਹੈ। ਜੋ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਜੋ ਕੰਮ ਤੁਸੀਂ ਕਰਨਾ ਚਾਹੁੰਦੇ ਸੀ, ਜਿਹੜੀਆਂ ਗੱਲਾਂ ਕਰਕੇ ਤੁਸੀਂ ਸੱਤਾ ਦੇ ਵਿੱਚ ਆਏ ਹੋ, ਜਿਹੜਾ ਕੰਮ ਤੁਹਾਡੇ ਥਰੂ ਹੋਣਾ ਚਾਹੀਦਾ, ਉਹ ਕੰਮ ਉਹ ਨੌਜਵਾਨ ਕਰ ਰਿਹਾ। ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੁਪਿੰਦਰ ਕੌਰ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ। ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ, ਪਰ ਪਿਛਲੇ ਦਿਨੀ ਕੀ ਦੇਖਿਆ ਜਾਂਦਾ ਹੈ? ਇੱਕ ਨੌਜਵਾਨ ਤੇ ਝੂਠਾ ਪਰਚਾ ਦਰਜ ਕੀਤਾ ਜਾਂਦਾ ਹੈ। ਜਿਸ ਵੱਲੋਂ ਉਹ ਪਰਚਾ ਦਰਜ ਕੀਤਾ ਜਾਂਦਾ ਹੈ, ਉਹ ਬੀਬੀ ਦਾ ਬਿਆਨ ਆਉਂਦਾ ਹੈ ਕਿ ਇਹ ਪਰਚਾ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਤੋਂ ਧੱਕੇ ਨਾਲ ਕਰਵਾਇਆ ਜਾਂਦਾ ਹੈ। ਸੋ ਕੀ ਹੈ ਪੂਰਾ ਮਾਮਲਾ, ਜਾਣਦੇ ਹਾਂ। ਮੇਰੇ ਨਾਲ ਮੇਰੇ ਸਹਿਯੋਗੀ ਨੇ ਜਸ ਕਰੀਵਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਸੋ ਜਸ ਕੀ ਕਹਿਣਾ ਚਾਹੋਗੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਕਿ ਕਿਸ ਤਰ੍ਹਾਂ ਉਸ ਔਰਤ ਵੱਲੋਂ ਜਿਹੜਾ ਬਿਆਨ ਆਉਂਦਾ ਹੈ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੇ ਨਾਲ ਧੱਕਾ ਹੋਇਆ ਤੇ ਉਸ ਤੋਂ ਬਾਅਦ ਮੈਂ ਇਹ ਬਿਆਨ ਦਿੱਤਾ ਕਿ ਜਿਹੜੇ ਨੌਜਵਾਨ ਨੇ ਗਲਤ ਇਲਜ਼ਾਮ ਉਹਨਾਂ ਦੇ ਉੱਪਰ ਲਗਾਏ ਗਏ ਨੇ। ਰੁਪਿੰਦਰ, ਦੋ ਤਸਵੀਰਾਂ ਤੋਂ ਮੈਂ ਸ਼ੁਰੂਆਤ ਜਿਹੜੀ ਕਰਨੀ ਚਾਹੂੰਗਾ। ਸਭ ਤੋਂ ਪਹਿਲਾਂ ਇਹ ਤਸਵੀਰ ਟੀਵੀ ਸਕਰੀਨ ਤੇ ਆਪਾਂ ਜ਼ਰੂਰ ਦਿਖਾ ਦਈਏ। ਮੀਤ ਹੇਅਰ ਹੋਰਾਂ ਦੇ ਵੱਲੋਂ 4 ਅਪ੍ਰੈਲ 2022 ਨੂੰ ਇੱਕ ਟਵੀਟ ਕੀਤਾ ਜਾਂਦਾ, ਟਵਿੱਟਰ ਦੇ ਜ਼ਰੀਏ ਇੱਕ ਤਸਵੀਰ ਸਾਂਝੀ ਕੀਤੀ ਜਾਂਦੀ ਹੈ, ਜਿਹਦੇ ਵਿੱਚ ਉਹਨਾਂ ਵੱਲੋਂ ਲਿਖਿਆ ਜਾਂਦਾ, ਬਦਲਿਆਂ ਦੀ ਨਹੀਂ ਬਦਲਾਅ ਦੀ ਰਾਜਨੀਤੀ ਸਾਡਾ ਵਾਅਦਾ। ਇਹ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ। ਤਸਵੀਰ ਕੀ ਹੈ? ਤਸਵੀਰ ਦੇ ਵਿੱਚ ਇਹ ਕਿਹਾ ਜਾਂਦਾ ਕਿ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਕਿ ਝੂਠੇ ਪਰਚੇ ਕਰਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਤਾਂ ਮਾਨ ਸਾਹਿਬ, ਹੁਣ ਤਾਂ ਸਾਬਤ ਹੋ ਗਿਆ ਕਿ ਪਰਚਾ ਝੂਠਾ ਸੀ। ਹੁਣ ਤਾਂ ਸਾਬਤ ਹੋ ਗਿਆ ਕਿ ਨੌਜਵਾਨ ਜਿਹੜਾ ਨਸ਼ੇ ਬੰਦ ਕਰਨ ਦੀ ਗੱਲ ਕਰਦਾ ਸੀ, ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ, ਧੱਕੇ ਦੇ ਨਾਲ ਪਰਚਾ ਕਰਵਾਇਆ ਗਿਆ। ਬੀਬੀ ਇਹ ਵੀ ਮੰਨ ਗਈ ਕਿ ਪਰਚਾ ਵੀ ਭਾਈ ਪੁਲਿਸ ਨੇ ਜਿਹੜਾ ਹੈਗਾ ਮੇਰੇ ਤੇ ਦਬਾਅ ਪਾ ਕੇ ਕਰਵਾਇਆ। ਹੁਣ ਕਿਸ ਦੇ ਉੱਪਰ ਕਾਰਵਾਈ ਕਰੋਗੇ? ਹੁਣ ਕਿਸ ਨੂੰ ਕਟਹਿਰੇ ਦੇ ਵਿੱਚ ਖੜਾ ਕਰੋਗੇ? ਇੱਥੇ ਇਹ ਲਿਖਿਆ ਗਿਆ ਕਿ ਬਦਲਿਆਂ ਦੀ ਨਹੀਂ ਬਦਲਾਅ ਦੀ ਗੱਲ ਕਰਦੇ ਹਾਂ। ਜੇਕਰ ਨਸ਼ੇ ਦੀ ਗੱਲ ਕਰਨ ਵਾਲਿਆਂ ਨੂੰ, ਨਸ਼ੇ ਦੀ ਖਿਲਾਫਤ ਕਰਨ ਵਾਲਿਆਂ ਨੂੰ ਜੇਲ੍ਹ ਸੁੱਟਿਆ ਜਾਊਗਾ, ਜੇਕਰ ਉਵੇਂ ਹੀ ਪੱਗਾਂ ਰੁਲਦੀਆਂ ਰਹਿਣਗੀਆਂ, ਜੇਕਰ ਉਵੇਂ ਹੀ ਚੁੰਨੀਆਂ ਜਿਹੜੀਆਂ ਰੁਲਦੀਆਂ ਰਹਿਣਗੀਆਂ, ਤਾਂ ਫਿਰ ਬਦਲਾਅ ਕਿੱਥੇ ਆ ਜੀ? ਲੋਕ ਇਹੀ ਪੁੱਛਦੇ ਆ ਕਿ ਜਿਹੜੇ ਬਦਲਾਅ ਦੀ ਤੁਸੀਂ ਗੱਲ ਕਰਦੇ ਹੋ, ਉਹ ਬਦਲਾਅ ਹੈਗਾ ਕਿੱਥੇ ਆ? ਹੁਣ ਪੁਲਿਸ ਪ੍ਰਸ਼ਾਸਨ ਇਸ ਦੇ ਵਿੱਚ ਸਿੱਧਮ ਸਿੱਧਾ ਦੋਸ਼ੀ ਹੈ, ਕੋਈ ਸ਼ੱਕ ਨਹੀਂ। ਸਿੱਧਮ ਸਿੱਧਾ ਪੁਲਿਸ ਪ੍ਰਸ਼ਾਸਨ ਦੋਸ਼ੀ ਆ, ਕਿਉਂਕਿ ਉਹ ਬੀਬੀ ਖੁਦ ਮੰਨੀ ਆ, ਬੀਬੀ ਖੁਦ ਕਬੂਲਿਆ। ਬੀਬੀ ਦਾ ਕਬੂਲਨਾਮਾ ਵੀ ਰੁਪਿੰਦਰ ਸਾਡੇ ਕੋਲ ਆ। ਇਹ ਦੇਖੋ ਜੀ, ਇਹ ਵੀ ਜ਼ਰੂਰ ਤਸਵੀਰ ਦਿਖਾ ਦਈਏ। ਇਹ ਉਸ ਬੀਬੀ ਦਾ ਕਬੂਲਨਾਮਾ ਜੀ, ਜਿਹਨੇ ਖੁਦ ਕਬੂਲਿਆ ਭਰੀ ਪੰਚਾਇਤ ਦੇ ਵਿੱਚ ਕਿ ਮੇਰੇ ਤੇ ਦਬਾਅ ਪਾਇਆ ਜਾਂਦਾ ਹੈ। ਇਹਦੇ ਵਿੱਚ ਲਿਖਿਆ ਹੋਇਆ। ਹੁਣ ਅਸੀਂ ਉਸ ਔਰਤ ਦੇ ਨਾਲ ਇੰਟਰਵਿਊ ਕਰਨ ਦੇ ਲਈ ਜਾਂਦੇ ਹਾਂ, ਪਰ ਉਸ ਵੇਲੇ ਉਹਦੇ ਬਿਆਨ ਕੁਝ ਹੋਰ ਹੁੰਦੇ ਨੇ। ਉਸ ਵੇਲੇ ਛੇੜਛਾੜ ਤੱਕ ਦੇ ਇਲਜ਼ਾਮ ਉਹਦੇ ਵੱਲੋਂ ਲਾ ਦਿੱਤੇ ਜਾਂਦੇ ਨੇ। ਉਸ ਵੇਲੇ ਕਹਿਤਾ ਜਾਂਦਾ ਕਿ ਝੋਟੇ ਨੇ ਆ ਕੇ ਮੇਰੇ ਨਾਲ ਛੇੜਛਾੜ ਕੀਤੀ, ਹੋਰ ਵੀ ਉਹਦੇ ਸਾਥੀ ਸੀ, ਮਾਨ ਬਠਿੰਡੇ ਵਾਲਾ ਸੀ, ਉਹਨਾਂ ਨੇ ਆ ਕੇ ਮੇਰੇ ਨਾਲ ਜਿਹੜੀ ਹੈਗੀ ਛੇੜਛਾੜ ਕੀਤੀ। ਇੱਕ ਦਿਨ ਬਾਅਦ ਬਿਆਨ ਬਦਲ ਜਾਂਦਾ। ਕਿਉਂ? ਲੋਕਾਂ ਦੇ ਰੋਸ ਨੇ ਬਦਲਾਇਆ, ਲੋਕਾਂ ਦੇ ਰੋਹ ਨੇ ਬਦਲਵਾਇਆ ਜਦੋਂ ਪਤਾ ਲੱਗਦਾ। ਕਿਉਂਕਿ ਇੱਕ ਨੌਜਵਾਨ ਆ ਜਿਹੜਾ ਉਹ ਉੱਠਿਆ ਹੋਇਆ, ਨਸ਼ਾ ਖਤਮ ਕਰਨ ਦੇ ਲਈ ਉੱਠਿਆ ਹੋਇਆ। ਪੁਲਿਸ ਇਹ ਕਹਿੰਦੀ ਹੈ ਕਿ ਸਾਡਾ ਕੰਮ ਉਹ ਕਿਉਂ ਕਰ ਰਿਹਾ? ਮੰਨ ਲਿਆ ਜੀ ਤੁਹਾਡਾ ਕੰਮ ਉਹ ਕਰ ਰਿਹਾ, ਇਹ ਕੰਮ ਤੁਹਾਨੂੰ ਕਰਨਾ ਚਾਹੀਦਾ ਆ। ਤਾਂ ਫਿਰ ਇਹ ਕਿੱਧਰ ਦਾ ਇਨਸਾਫ ਹੋਇਆ ਕਿ ਚੁੱਕ ਕੇ ਤੁਸੀਂ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿਓ, ਉਸ ਤੋਂ ਬਾਅਦ ਝੂਠੇ ਪਰਚੇ ਕਰਵਾਓ? ਇਹ ਅਸੀਂ ਨਹੀਂ ਕਹਿੰਦੇ, ਇਹ ਉਹ ਬੀਬੀ ਕਹਿੰਦੀ ਹੈ ਕਿ ਪੁਲਿਸ ਨੇ ਸਾਡੇ ਤੇ ਜਿਹੜਾ ਹੈਗਾ ਝੂਠਾ ਪਰਚਾ, ਪੁਲਿਸ ਨੇ ਦਬਾਅ ਪਾ ਕੇ ਝੂਠਾ ਪਰਚਾ ਕਰਵਾਇਆ। ਹੁਣ ਕੀ ਮੰਨੀਏ? ਪੁਲਿਸ ਨੇ ਜਾਣਬੁੱਝ ਕੇ ਕੀਤਾ? ਕੀ ਮੰਨੀਏ? ਸਰਕਾਰ ਨੇ ਜਾਣਬੁੱਝ ਕੇ ਕੀਤਾ? ਕੀ ਮੰਨੀਏ? ਤੇ ਜੇਕਰ ਕੀਤਾ ਸੀ ਤਾਂ ਫਿਰ ਸਟੈਂਡ ਤੇ ਕਿਉਂ ਨਹੀਂ ਖੜੇ? ਫਿਰ ਪਿੱਛੇ ਕਿਉਂ ਪਟਣਾ, ਪੈਰ ਜਿਹੜੇ ਆ ਪਿੱਛੇ ਕਿਉਂ ਪਟਣੇ ਪੈ ਗਏ? ਆਖਿਰ ਕਿਉਂ ਪੈਰ ਕਿਉਂ ਥਿਰਕ ਗਏ?
ਇਹੀ ਕਹਾਣੀ ਇਸ ਤੋਂ ਪਹਿਲਾਂ ਹੋਈ ਸੀ। ਇੱਕ ਪੱਤਰਕਾਰ ਦੇ ਉੱਪਰ ਪਰਚਾ ਕਰ ਦਿੱਤਾ ਜਾਂਦਾ ਆ, ਬਠਿੰਡੇ ਦੇ ਪੱਤਰਕਾਰ ਸੀ ਸੁਖਨੈਬ ਸਿੱਧੂ, ਉਸ ਤੋਂ ਬਾਅਦ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਜਾਂਦਾ। ਪੁਲਿਸ ਕੀ ਕਹਿੰਦੀ ਆ, ਝੂਠਾ ਪਰਚਾ ਹੋ ਗਿਆ ਜੀ, ਮਤਲਬ ਕੁਝ ਹੈ ਇਹਦੇ ਵਿੱਚ, ਕੁਝ ਹੈ ਨਹੀਂ ਸੀ। ਅੱਛਾ, ਤੁਸੀਂ ਬਿਨਾਂ ਪੁੱਛ ਪੜਤਾਲ ਤੋਂ ਚੱਕ ਕੇ ਬੰਦੇ ਨੂੰ ਜੇਲ੍ਹ ਸੱਟ ਦਿੰਦੇ ਹੋ, ਬਿਨਾਂ ਕੋਈ ਪੁੱਛ ਨਹੀਂ, ਕੋਈ ਗਿੱਛ ਨਹੀਂ। ਦੂਜੀ ਗੱਲ, ਹੁਣ ਉਹਨਾਂ ਦੀ ਗੱਲ ਕਰਗੇ, ਉਹ ਬੀਬੀ ਦੀ ਮਾਤਾ ਸਾਹਮਣੇ ਆ, ਉਹ ਬੀਬੀ ਦੀ ਮਾਤਾ ਖੁਦ ਕਹਿ ਰਹੀ ਆ ਕਿ ਮੇਰਾ ਮੁੰਡਾ ਚਿੱਟਾ ਵੇਚਦਾ। ਹੁਣ ਐਡੂ ਵੱਡਾ ਸਬੂਤ ਕੀ ਦੇ ਦਈਏ ਤੁਹਾਨੂੰ? ਉਹ ਬੀਬੀ ਦੀ ਮਾਤਾ ਜਨਾਬ ਖੁਦ ਕਹਿ ਰਹੀ ਆ ਕਿ ਮੇਰਾ ਮੁੰਡਾ ਚਿੱਟਾ ਵੇਚਦਾ, ਇਦੋਂ ਵੱਡਾ ਸਬੂਤ ਕੀ ਮਿਲ ਜੂ? ਜਿਹੜੇ ਖੁਦ ਕਬੂਲੀ ਜਾਂਦੇ ਕਿ ਸਾਡਾ ਮੁੰਡਾ ਚਿੱਟਾ ਵੇਚਦਾ, ਉਹਨੂੰ ਫੜ ਕੇ ਸੁੱਟੋ, ਉਹਦੇ ਤੇ ਪਰਚਾ ਕਰੋ ਤਾਂ ਮੰਨੀਏ। ਪਰਚਾ ਕਿਹਦੇ ਕਰਤਾ? ਪਰਵਿੰਦਰ ਝੋਟੇ ਤੇ। ਕਿਉਂ? ਉਹ ਨੌਜਵਾਨ ਕਹਿੰਦੇ ਆ ਜੀ ਨਸ਼ੇ ਦੇ ਖਿਲਾਫ ਬੋਲਦਾ ਆ। ਨਾਲੇ ਫਿਰ ਉਸ ਤੋਂ ਬਾਅਦ ਮੈਡੀਕਲ ਰਿਪੋਰਟ ਜਿਹੜੀ ਉਹ ਸਾਹਮਣੇ ਕਰਤੀ, ਜਨਤਕ ਕਰਤੀ। ਇਹ ਕਿਹਾ ਗਿਆ ਕਿ ਇਹ ਮੁੰਡਾ ਨਸ਼ੇੜੀ ਆ। ਬਹੁਤ ਮੀਡੀਆ ਅਦਾਰਿਆਂ ਵੱਲੋਂ ਵੀ ਚਲਾਇਆ ਗਿਆ ਕਿ ਭਾਈ ਇਹ ਨਸ਼ੇੜੀ ਆ, ਇਹ ਹੋਰ ਕਿਸੇ ਦੇ ਨਸ਼ੇ ਜਿਹੜਾ ਕੀ ਛਡਵਾ ਦੂਗਾ। ਪਰ ਜਦੋਂ ਲੋਕਾਂ ਦਾ ਰੋਸ ਜਿਹੜਾ ਪਤਾ ਲੱਗਿਆ ਨਾ, ਤਾਂ ਉਸ ਵੇਲੇ ਫਿਰ ਸੁਭਾਵਿਕ ਤੌਰ ਤੇ ਸਾਹਮਣੇ ਆਉਣਾ ਸੀ। ਇਸ ਬੀਬੀ ਨੇ ਵੀ ਸਾਹਮਣੇ ਆਉਣਾ ਸੀ। ਅੱਜ ਨਹੀਂ ਆਉਣਾ ਸੀ ਤਾਂ ਕੱਲ੍ਹ ਆ ਜਾਣਾ ਸੀ, ਕੱਲ੍ਹ ਨਹੀਂ ਆਉਣੀ ਪਰਸੋਂ ਆ ਜਾਣਾ ਸੀ। ਇਹ ਬੀਬੀ ਨੇ ਪਰ ਸਾਹਮਣੇ ਜ਼ਰੂਰ ਆਉਣਾ ਸੀ। ਇੱਕ ਗੱਲ ਹੋਰ ਸਾਬਤ ਹੋ ਗਈ ਰੁਪਿੰਦਰ, ਜਿਸ ਤਰ੍ਹਾਂ ਦੇ ਨਾਲ ਕੱਲ੍ਹ ਪਰਵਿੰਦਰ ਝੋਟੇ ਦੇ ਹੱਕ ਦੇ ਵਿੱਚ ਮਾਨਸਾ ਦੇ ਵਿੱਚ ਇਕੱਠ ਹੋਇਆ, ਇੱਕ ਗੱਲ ਤਾਂ ਸਾਬਤ ਆ ਕਿ ਚਿੱਟੇ ਤੋਂ ਦੁਖੀ ਸਾਰਾ ਪੰਜਾਬ ਆ। ਉਹ ਤਾਂ ਹੈ, ਪਹਿਲੀਆਂ ਸਰਕਾਰਾਂ ਤੋਂ ਵੀ ਸੀ, ਪਹਿਲੀਆਂ ਸਰਕਾਰਾਂ ਤੋਂ ਵੀ ਉਮੀਦ ਕੀਤੀ ਜਾਂਦੀ ਸੀ ਵੀ ਚਿੱਟਾ ਖਤਮ ਕੀਤਾ ਜਾਊਗਾ, ਪਰ ਉਹ ਚੀਜ਼ ਨਹੀਂ ਹੋਈ। ਹੁਣ ਪੰਜਾਬ ਸਰਕਾਰ ਤੋਂ ਵੀ, ਆਮ ਆਦਮੀ ਪਾਰਟੀ ਤੋਂ ਵੀ ਉਮੀਦ ਕੀਤੀ ਜਾਂਦੀ ਸੀ ਵੀ ਜਿਹੜਾ ਚਿੱਟਾ ਖਤਮ ਕੀਤਾ ਜਾਊਗਾ, ਪਰ ਉਹ ਹੋ ਨਹੀਂ ਰਿਹਾ। ਉਹੀ ਗੱਲ ਹੈ ਨਾ, ਤੁਸੀਂ ਲੋਕਾਂ ਨੂੰ ਕਹਿ ਦਿੰਦੇ ਹੋ 3 ਮਹੀਨਿਆਂ ਦੇ ਵਿੱਚ, 3 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਦਾ, ਪਰ ਨਸ਼ਾ ਖਤਮ ਹਾਲੇ ਤੱਕ ਨਹੀਂ ਹੋਇਆ। ਨਸ਼ੇ ਦੀ ਮਾਰੋ-ਮਾਰ ਹਾਲੇ ਤੱਕ ਆ। ਜੇਕਰ ਕਿਉਂਕਿ ਇਹੀ ਗੱਲ ਕਰਕੇ ਲੋਕ ਹੁਣ ਕਈ ਵਾਰ ਕਹਿ ਦਿੰਦੇ ਕਿ ਯਾਰ ਤੁਸੀਂ ਆਮ ਆਦਮੀ ਪਾਰਟੀ ਦੇ ਸਵਾਲ ਕਿਉਂ ਉਠਾਉਣੇ ਹੋ, ਇਹ ਤਾਂ ਹਜੇ ਨਵੇਂ ਆਏ ਨੇ, ਇਹ ਤਾਂ ਹਲੇ ਹੁਣ ਆਏ ਨੇ। ਇਹਨਾਂ ਤੇ ਸਵਾਲ ਇਸੇ ਕਰਕੇ ਉਠਾਉਣੇ ਆ ਕਿਉਂਕਿ ਇਹ ਬਦਲਾਅ ਦੀ ਗੱਲ ਕਰਕੇ ਆਈ ਸੀ। ਇਹਨਾਂ ਤੇ ਸਵਾਲ ਇਸੇ ਕਰਕੇ ਉਠਾਉਣੇ ਆ ਕਿਉਂਕਿ ਇਹ ਕਹੇ ਸੀ ਜੋ ਦੂਜੀਆਂ ਸਰਕਾਰਾਂ ਕਰਦੀਆਂ ਅਸੀਂ ਉਹ ਨਹੀਂ ਕਰਾਂਗੇ। ਇਹ ਕਹਿ ਕੇ ਆਏ ਸੀ ਕਿ ਉਹ ਝੂਠੇ ਪਰਚੇ ਕਰਵਾਉਂਦੇ ਰਹੇ ਆ। ਇਹ ਕਹਿ ਕੇ ਆਏ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਪੱਗਾਂ ਰੁਲਦੀਆਂ ਰਹੀਆਂ। ਇਹ ਕਹਿ ਕੇ ਆਏ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਚੁੰਨੀਆਂ ਰੁਲਦੀਆਂ ਰਹੀਆਂ। ਇਹ ਕਹਿ ਕੇ ਆਏ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਧਰਨੇ ਲੱਗਦੇ ਰਹੇ ਨੇ, ਡਾਂਗਾ ਪੈਂਦੀਆਂ ਰਹੇ ਨੇ। ਪਰ ਹੋ ਤਾਂ ਉਹ ਸਭ ਕੁਝ ਹੁਣ ਵੀ ਰਿਹਾ। ਕਿਵੇਂ ਮੰਨ ਲਈਏ ਬਦਲਾਇਆ? ਤੇ ਜਿਹੜਾ ਫਿਰ ਕੋਈ ਸਵਾਲ ਚੁੱਕਦਾ ਹੈ ਜੀ ਇਹ ਬਦਲਾਅ ਕਿੱਥੇ ਆ, ਉਹਦਾ ਜਵਾਬ ਮਿਲਦਾ ਹੀ ਨਹੀਂ। ਕਿਉਂਕਿ ਸਵਾਲ ਚੁੱਕਣੇ ਵੀ ਤਾਂ ਤੁਸੀਂ ਜਨਾਬ ਸਿਖਾਇਆ। ਤੁਸੀਂ ਕਿਹਾ ਸੀ ਲੀਡਰਾਂ ਨੂੰ ਸਵਾਲ ਚੁੱਕਿਆ ਕਰੋ। ਤੁਸੀਂ ਤਾਂ ਕਿਹਾ ਸੀ ਕਿ ਇਹ ਜਿਹੜੇ ਨੁਮਾਇੰਦੇ ਨੇ, ਸਰਕਾਰੀ ਨੁਮਾਇੰਦੇ ਨੇ, ਤੁਹਾਡੇ ਜੇਬਾਂ ਦੇ ਵਿੱਚੋਂ ਨੇ ਤਨਖਾਹਾਂ ਜਾਂਦੀਆਂ, ਸਵਾਲ ਚੁੱਕਿਆ ਕਰੋ। ਸਰ ਅਸੀਂ ਉਹੀ ਤਾਂ ਸਵਾਲ ਚੁੱਕ ਰਹੇ ਹਾਂ। ਕੀ ਸਵਾਲਾਂ ਦਾ ਜਵਾਬ ਨਹੀਂ ਮਿਲ ਰਿਹਾ। ਕੀ ਸਹੀ ਆ, ਕੀ ਗਲਤ ਆ, ਅਸੀਂ ਤਾਂ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਲ ਜਿਹੜੇ ਹੈਗੇ ਉਹ ਉਠਾਏ ਆ। ਹੁਣ ਸਵਾਲਾਂ ਦੇ ਜਵਾਬ ਦੇਣੇ ਆ, ਨਹੀਂ ਦੇਣੇ, ਹਾਂ ਤੁਸੀਂ ਸੱਤਾ ਦੇ ਵਿੱਚੋਂ ਸਵਾਲਾਂ ਦੇ ਜਵਾਬ ਦਿਓ, ਨਾ ਦਿਓ, ਕੋਈ ਦਿੱਕਤ ਨਹੀਂ ਆ। ਪਰ ਇੱਕ ਚੀਜ਼ ਹੋਰ ਆ ਕਿ ਲੋਕ ਜਿਹੜੇ ਆ ਉਹ ਵੱਡੇ ਹੁੰਦੇ ਆ। ਇਹ ਵੀ ਤੁਸੀਂ ਖੁਦ ਕਿਹਾ ਕਰਦੇ ਸੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ। ਤੇ ਸ਼ਾਇਦ ਕੱਲ ਲੋਕਾਂ ਨੇ ਦੱਸ ਦਿੱਤਾ ਆ ਕਿ ਨਸ਼ੇ ਖਤਮ ਕਰਨ ਦੀਆਂ ਸਿਰਫ ਗੱਲਾਂ ਹੋਈਆਂ, ਨਸ਼ੇ ਖਤਮ ਕਰਨ ਦੀਆਂ ਸਿਰਫ ਇਸ਼ਤਿਹਾਰਬਾਜ਼ੀਆਂ ਲੱਗੀਆਂ ਨੇ। ਨਸ਼ੇ ਖਤਮ ਕਰਨ ਦੀ ਗੱਲ ਤਾਂ ਇਹ ਵੀ ਹੋਈ ਸੀ, ਮਾਨ ਸਾਹਿਬ ਨੇ ਜਿਹੜਾ ਹੈਗਾ ਇਹ ਵੀ ਕਿਹਾ ਸੀ ਕਿ ਉਸ ਇਲਾਕੇ ਦਾ ਐਸਐਸਪੀ ਜ਼ਿੰਮੇਵਾਰ ਹੋਊਗਾ ਜੇਕਰ ਨਸ਼ਾ ਵਿਕ ਗਿਆ। ਚੌਂਕੀ ਇੰਚਾਰਜ ਜਿਹੜਾ ਉਹ ਜ਼ਿੰਮੇਵਾਰ ਹੋਊਗਾ। ਹੁਣ ਤੱਕ ਇਹ ਚੀਜ਼ਾਂ ਹੀ ਦੱਸ ਦੇਣ ਕਿ ਕਿੰਨੇ ਕੁ ਐਸਐਸਪੀਆਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਨੇ ਕਾਰਵਾਈ ਕੀਤੀ ਹੈ, ਕਿੰਨੇ ਕੁ ਚੌਂਕੀ ਇੰਚਾਰਜਾਂ ਦੇ ਉੱਪਰ ਇਹਨਾਂ ਨੇ ਜਿਹੜੀ ਕਾਰਵਾਈ ਕੀਤੀ ਆ, ਕਿਉਂਕਿ ਉਹ ਬਿਆਨ ਇਹਨਾਂ ਦੇ ਖੁਦ ਦੇ ਸੀ। ਤਾਂ ਕੀ ਮੰਨੀਏ ਕਿ ਜਿਹੜੇ ਬਿਆਨ ਨੇ ਸਿਰਫ ਬਿਆਨ ਬਣ ਕੇ ਰਹਿ ਗਏ? ਕੀ ਮੰਨੀਏ ਧਰਾਤਲ ਤੇ ਉਹ ਬਿਆਨ ਸਹੀ ਸਾਬਤ ਕਿਉਂ ਨਹੀਂ ਹੋਏ? ਕੀ ਮੰਨੀਏ, ਮੰਨਿਆ ਕੀ ਜਾਵੇ? ਬੜੇ ਬਿਆਨ ਨੇ, ਕਿੰਨੇ ਕੁ ਹੋਰ ਬਿਆਨਾਂ ਦੀ ਜਿਹੜੀ ਗੱਲ ਕਰੀਏ, ਬੜੇ ਬਿਆਨ ਨੇ। ਹਰ ਲੋਕ ਇੱਥੋਂ ਤੱਕ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਚਿੱਟਾ ਵਿਕਦਾ ਆ, ਕੋਈ ਸ਼ੱਕ ਵੀ ਨਹੀਂ। ਹਰ ਪਿੰਡ ਦੀ ਕਹਾਣੀ ਆ। ਇਹ ਪਿੰਡ ਘੁੰਮਣ ਕਲਾਂ ਦੀ ਕਹਾਣੀ। ਘੁੰਮਣ ਕਲਾਂ ਦੇ ਵਿੱਚ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਕ 2001 ਦੇ ਵਿੱਚ ਸਮੈਕ ਆ ਗਈ ਸੀ। ਮੰਨ ਲਿਆ ਉਸ ਵੇਲੇ ਤਾਂ ਤੁਸੀਂ ਨਹੀਂ ਸੀ, ਤੁਸੀਂ ਸੱਤਾ ਦੇ ਵਿੱਚ ਨਹੀਂ ਸੀ, ਤੁਸੀਂ ਸਰਕਾਰ ਦੇ ਵਿੱਚ ਨਹੀਂ ਸੀ, ਤੁਸੀਂ ਲੀਡਰ ਨਹੀਂ ਬਣੇ ਸੀ, ਉਸ ਵੇਲੇ ਸਮੈਕ ਆ ਗਈ ਸੀ। ਇਹ ਵੀ ਮੰਨ ਲਿਆ ਕਿ ਲਿਆਂਦਾ ਪਿਛਲੀਆਂ ਸਰਕਾਰਾਂ ਨੇ, ਤੁਸੀਂ ਇਹ ਕਹਿੰਦੇ ਰਹੇ ਹੋ। ਇਹ ਵੀ ਮੰਨ ਲਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਬਹੁਤ ਵਿਕਿਆ। ਪਰ ਗੱਲ ਤਾਂ ਇੱਥੇ ਆਉਂਦੀ ਹੈ ਕਿ ਤੁਸੀਂ ਕਰ ਕੀ ਰਹੇ? ਤੁਸੀਂ ਕਰ ਕੀ ਰਹੇ ਹੋ? ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ, ਤੁਸੀਂ ਕਰੋ। ਮਾਵਾਂ ਹੱਥ ਜੋੜਦੀਆਂ ਨੇ। ਮੈਂ ਪਿਛਲੇ ਦਿਨੀ ਜਦੋਂ ਇੰਟਰਵਿਊ ਕਰਨ ਗਿਆ ਘੁੰਮਣ ਕਲਾਂ ਦੇ ਵਿੱਚ, ਤਾਂ ਮਾਵਾਂ ਉੱਥੇ ਰੋ ਰਹੀਆਂ ਸੀ। 22 ਸਾਲਾਂ ਦੇ ਜਵਾਕ ਜਿਨ੍ਹਾਂ ਦੇ ਨਸ਼ੇ ਦੇ ਵਿੱਚ ਜਿਹੜੇ ਨਸ਼ੇ ਨੇ ਨਿਗਲ ਲਏ, ਇਸ ਚਿੱਟੇ ਨੇ ਨਿਗਲ ਲਏ, ਉਹ ਮਾਵਾਂ ਰੋ ਰਹੀਆਂ ਸੀ। ਬਾਪੂ ਆ ਜਿਹੜੇ ਉਹ ਰੋ ਰਹੇ ਸੀ।
ਇਹ ਪੰਜਾਬ ਤੁਸੀਂ ਰੰਗਲੇ ਪੰਜਾਬ ਦੀ ਸਰ ਗੱਲ ਕਰਦੇ ਸੀ, ਪਰ ਆਹ ਰੰਗਲੇ ਪੰਜਾਬ ਕੀ ਰੰਗਲਾ ਪੰਜਾਬ ਐਦਾਂ ਦਾ ਹੁੰਦਾ ਹੈ? ਇਹ ਹਰ ਪੰਜਾਬੀ ਦਾ ਸਵਾਲ ਆ, ਇਹ ਹਰ ਪੰਜਾਬੀ ਜਿਹੜਾ ਆ ਸਵਾਲ ਉਠਾਉਂਦਾ ਆ। ਗੱਲ ਅਖੀਰ ਨੂੰ ਆ ਕੇ ਇੱਥੇ ਖੜਦੀ ਆ ਝੂਠੇ ਪਰਚੇ ਦੀ। ਮੈਂ ਫਿਰ ਵੀ ਕਹੂੰਗਾ, ਇੱਕ ਵਾਰੀ ਫਿਰ ਕਹਿਣਾ, ਤੁਸੀਂ ਖੁਦ ਕਿਹਾ ਸੀ ਕਿ ਝੂਠੇ ਪਰਚੇ ਕਰਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਹੁਣ ਦੇਖਦੇ ਆ ਖੈਰ ਕਿੰਨਾਂ ਦੀ ਨਹੀਂ ਹੁੰਦੀ, ਕਿਉਂਕਿ ਹੁਣ ਤਾਂ ਇਹ ਵੀ ਸਾਬਤ ਹੋ ਗਿਆ ਕਿ ਝੂਠਾ ਪਰਚਾ ਕਰਵਾਇਆ ਗਿਆ। ਹੁਣ ਤਾਂ ਇਹ ਵੀ ਸਾਬਤ ਹੋ ਗਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦਬਾਅ ਪਾ ਕੇ ਝੂਠਾ ਪਰਚਾ ਹੋਇਆ। ਬੀਬੀ ਖੁਦ ਕਬੂਲ ਗਈ, ਬੀਬੀ ਖੁਦ ਮੰਨ ਗਈ। ਜਾਂ ਤਾਂ ਉਹ ਬੀਬੀ ਝੂਠ ਬੋਲ ਰਹੀ ਆ ਤੇ ਜਾਂ ਫਿਰ ਵਾਕਿਆ ਦੇ ਵਿੱਚ ਤੁਹਾਡੀ ਪੁਲਿਸ ਨੇ ਜਿਹੜੀ ਹੈਗੀ ਆ ਦਬਾਅ ਪਾ ਕੇ ਪਰਚਾ ਦਰਜ ਕਰਵਾਇਆ। ਗੱਲਾਂ ਦੋ ਨੇ। ਬੀਬੀ ਝੂਠ ਬੋਲਦੀ ਹੁੰਦੀ ਤਾਂ ਬੀਬੀ ਸਾਰੀ ਪੰਚਾਇਤ ਦੇ ਵਿੱਚ ਕਬੂਲਨਾਮਾ ਦੇਤਾ। ਅਗਲੀ ਗੱਲ ਇਹ ਆ ਕਿ ਜੇਕਰ ਤੁਹਾਡੀ ਜਿਹੜੀ ਪੁਲਿਸ ਆ ਉਸਨੇ ਦਬਾਅ ਪਾ ਕੇ ਪਰਚਾ ਕਰਵਾਇਆ ਤਾਂ ਕਿਉਂ ਕਰਵਾਇਆ? ਫਿਰ ਤਾਂ ਇਉਂ ਲੱਗਦਾ ਕਿ ਦਾਲ ਦੇ ਵਿੱਚ ਸ਼ਾਇਦ ਕੁਛ ਨਾ ਕੁਛ ਕਾਲਾ ਆ ਜੇ ਪੁਲਿਸ ਨੇ ਦਬਾਅ ਪਾ ਕੇ ਪਰਚਾ ਕਰਵਾਇਆ। ਕਾਰਨ ਕੀ ਸੀ? ਕਿ ਕਾਰਨ ਇਹ ਸੀ ਕਿ ਉਹ ਨੌਜਵਾਨ ਨੂੰ ਇਦੋਂ ਬਾਅਦ ਜੇਲ੍ਹ ਤੋਂ ਬਾਹਰ ਹੀ ਨਿਕਲ ਦੇਣਾ? ਕਿ ਕਾਰਨ ਇਹੀ ਸੀ ਕਿ ਨੌਜਵਾਨ ਨੂੰ ਜੇਲ੍ਹ ਦੇ ਵਿੱਚ ਅੰਦਰ ਹੀ ਸੁੱਟੀ ਰੱਖੋ? ਕਰ ਕੀ ਰਿਹਾ ਆ? ਕਹਿੰਦੇ ਪਿਛੋਕੜ ਮਾੜਾ ਮੰਨ ਲਿਆ, ਪਿਛੋਕੜ ਮਾੜਾ ਆ। ਕਹਿੰਦੇ ਉਹਦਾ ਪਿਛੋਕੜ ਬਹੁਤ ਮਾੜਾ, ਉਹ ਤੇ ਪਰਚੇ ਚੱਲਦੇ ਆ। ਉਹ ਖੁਦ ਵੀ ਕਬੂਲਦਾ ਮੈਂ ਪਿਛਲੇ ਸਮਿਆਂ ਦੇ ਵਿੱਚ ਬਹੁਤ ਗਲਤ ਕੰਮ ਕੀਤੇ। ਉਸ ਤੋਂ ਕਹਿੰਦਾ ਕਿ ਮੌਤ ਦੇ ਮੂੰਹ ਚੋਂ ਬਾਹਰ ਆਇਆ। ਪਰ ਅੱਜ ਮੌਜੂਦਾ ਹਾਲਾਤਾਂ ਦੀ ਗੱਲ ਜੇ ਕਰੀਏ, ਮੌਜੂਦਾ ਹਾਲਾਤਾਂ ਦੇ ਵਿੱਚ ਉਹ ਬੰਦਾ ਕਹਿੰਦਾ ਕਿ ਮੈਂ ਨਸ਼ਾ ਖਤਮ ਕਰ ਰਿਹਾ, ਮੈਂ ਚਿੱਟਾ ਖਤਮ ਕਰ ਰਿਹਾ। ਉਹ ਇਹ ਵੀ ਕਹਿੰਦਾ ਕਿ ਮਾਨਸਾ ਦੇ ਵਿੱਚੋਂ 60 ਤੋਂ 70% ਨਸ਼ਾ ਜਿਹੜਾ ਉਹ ਅਸੀਂ ਖਤਮ ਕਰਤਾ। ਤੇ ਕਹਿੰਦਾ ਸਾਡੇ ਹੁਣ ਮਾਨਸਾ ਦੇ ਵਿੱਚ ਲੈ ਕੇ ਦਿਖਾਓ। ਜਿਹੜੇ ਪਿੰਡ ਦੇ ਵਿੱਚ ਇੰਨਾ ਕੁ ਤਾਂ ਪਤਾ ਆ, ਉਹ ਨੌਜਵਾਨ ਜਿਹੜੇ ਪਿੰਡ ਦੇ ਵਿੱਚ ਗਿਆ ਉਸ ਤੋਂ ਬਾਅਦ ਉਹ ਪਿੰਡ ਦੇ ਵਿੱਚ 4 ਲੋਕ ਹੋਰ ਉੱਠ ਖੜੇ ਹੁੰਦੇ ਆ। 4 ਲੋਕ ਹੋਰ ਉੱਠ ਖੜਦੇ ਆ ਕਿ ਹਾਂ ਯਾਰ ਇਹ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਕੇ ਅਸੀਂ ਵੀ ਇਹਦੇ ਵਾਂਗੂ ਕਰਾਂਗੇ। ਪਰ ਜੇਕਰ ਇਹੋ ਜਿਹੇ ਨੌਜਵਾਨ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟੇ ਜਾਣਗੇ, ਜੇਕਰ ਇਦਾਂ ਦੇ ਨੌਜਵਾਨ ਸਲਾਖਾਂ ਦੇ ਪਿੱਛੇ ਤੁਰ ਜਾਣਗੇ, ਤਾਂ ਸ਼ਾਇਦ ਕੋਈ ਮਾਪੇ ਜਿਹੜੇ ਉਹ ਇਹ ਨਹੀਂ ਕਹਿਣਗੇ ਕਿ ਸਾਡਾ ਮੁੰਡਾ ਵੀ ਝੋਟਾ ਬਣ ਜੇ, ਸਾਡਾ ਮੁੰਡਾ ਵੀ ਖੜਾ ਹੋ ਕੇ ਚਿੱਟਾ ਬੰਦ ਕਰਵਾ ਦੇ। ਕਿੱਥੇ ਤਾਂ ਤੁਹਾਨੂੰ ਸਲਾਉਣਾ ਚਾਹੀਦਾ ਹੈ। ਜੋ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਜੋ ਕੰਮ ਤੁਸੀਂ ਕਰਨਾ ਚਾਹੁੰਦੇ ਸੀ, ਜਿਹੜੀਆਂ ਗੱਲਾਂ ਕਰਕੇ ਤੁਸੀਂ ਸੱਤਾ ਦੇ ਵਿੱਚ ਆਏ ਹੋ, ਜਿਹੜਾ ਕੰਮ ਤੁਹਾਡੇ ਥਰੂ ਹੋਣਾ ਚਾਹੀਦਾ ਉਹ ਕੰਮ ਉਹ ਨੌਜਵਾਨ ਕਰ ਰਿਹਾ। ਹੋਣਾ ਇਹ ਚਾਹੀਦਾ ਉਹਦੇ ਮੋਢੇ ਨਾਲ ਮੋਢਾ ਲਾਇਆ ਜਾਵੇ। ਹੋਣਾ ਇਹ ਚਾਹੀਦਾ ਉਹਦੀ ਬਾਂਹ ਫੜੀ ਜਾਵੇ। ਹੋਣਾ ਇਹ ਚਾਹੀਦਾ ਕਿ ਮਿੱਤਰਾ ਮੂਹਰੇ ਅਸੀਂ ਆ, ਸਾਡੇ ਪਿੱਛੇ ਚੱਲ। ਹੋਣਾ ਇਹ ਚਾਹੀਦਾ ਕਿ ਮਿੱਤਰਾ ਤੂੰ ਨਾਮ ਦੇ, ਫੜ ਕੇ ਅਸੀਂ ਅੰਦਰ ਜੇਲ੍ਹਾਂ ਦੇ ਵਿੱਚ ਸੁੱਟਾਂਗੇ। ਫਿਰ ਮੈਂ ਇਹ ਵੀ ਕਹੂੰਗਾ ਕਿ ਅਸੀਂ ਵੀ ਸਲਾਮ ਕਰਾਂਗੇ, ਅਸੀਂ ਵੀ ਸਲੂਟ ਕਰਾਂਗੇ। ਪਰ ਹੋਇਆ ਇਸ ਤੋਂ ਉਲਟ। ਹੁਣ ਝੂਠੇ ਪਰਚੇ ਦੀ ਗੱਲ ਆ। ਜੇਕਰ ਵਾਕਿਆ ਦੇ ਵਿੱਚ ਇਸ ਵੇਲੇ ਉਸ ਇਨਸਾਨ ਤੇ ਕਾਰਵਾਈ ਹੁੰਦੀ ਹੈ ਜਿਹਨੇ ਝੂਠਾ ਪਰਚਾ ਦਰਜ ਕਰਵਾਇਆ, ਭਾਵੇਂ ਉਹ ਪੁਲਿਸ ਸੀ ਤੇ ਭਾਵੇਂ ਉਹ ਔਰਤ ਸੀ। ਹਾਲਾਂਕਿ ਉਸ ਔਰਤ ਦੇ ਬਿਆਨ ਤਾਂ ਆ ਗਏ। ਹੁਣ ਇਨਕੁਆਇਰੀ ਦੇ ਵਿੱਚ ਇਹ ਪਤਾ ਜ਼ਰੂਰ ਕਰ ਲਿਆ ਜਾਵੇ ਕਿ ਪੁਲਿਸ ਨੇ ਵਾਕਿਆ ਦੇ ਵਿੱਚ ਝੂਠਾ ਪਰਚਾ ਦਰਜ ਕਰਵਾਇਆ ਜਾਂ ਫਿਰ ਉਹ ਔਰਤ ਨੇ। ਤੇ ਜੇਕਰ ਉਸ ਤੋਂ ਬਾਅਦ ਕਾਰਵਾਈ ਪ੍ਰੋਪਰ ਹੁੰਦੀ ਆ, ਜਿਹੜਾ ਵੀ ਇਸ ਦੇ ਵਿੱਚ ਇਨਵੋਲਵਮੈਂਟ ਉਹਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਂਦਾ, ਫਿਰ ਅਸੀਂ ਮੰਨਾਂਗੇ ਕਿ ਆਮ ਲੋਕਾਂ ਦੀ ਸਰਕਾਰ ਆ। ਫਿਰ ਅਸੀਂ ਮੰਨਾਂਗੇ ਤੁਸੀਂ ਕੰਮ ਸਹੀ ਕਰ ਰਹੇ ਹੋ। ਫਿਰ ਅਸੀਂ ਮੰਨਾਂਗੇ ਕਿ ਤੁਸੀਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਤੁਸੀਂ ਕਰ ਰਹੇ ਹੋ। ਤੇ ਫਿਰ ਆਹੀ ਸਟੂਡੀਓ ਦੇ ਵਿੱਚ ਬੈਠ ਕੇ ਇੱਥੇ ਇੱਕ ਐਪੀਸੋਡ ਇਹ ਵੀ ਕਰਾਂਗੇ ਕਿ ਤੁਸੀਂ ਜੋ ਕਿਹਾ ਸੀ ਉਹ ਕਰਤਾ। ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜੋ ਕਹੋਗੇ ਉਹ ਵੀ ਕਰਦੇ ਹੋ। ਜਿਹੜੀ ਤੁਸੀਂ ਫੋਟੋ ਦਿਖਾਈ ਸੀ 4 ਅਪ੍ਰੈਲ 2022 ਦੀ, ਉਹਦੇ ਵਿੱਚ ਇੱਕ ਇਹ ਚੀਜ਼ ਵੀ ਸੀ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਬਣਾਈਆਂ ਜਾਣਗੀਆਂ। ਉਹ ਕਮੇਟੀਆਂ ਹੁਣ ਕਿੱਥੇ ਨੇ? ਸਰਕਾਰ ਤੇ ਵੀ ਸਵਾਲ ਆ ਵੀ ਸਾਲ ਹੋ ਗਿਆ, ਅਪ੍ਰੈਲ 2023 ਵੀ ਲੰਘ ਗਈ ਤੇ ਉਹ ਕਮੇਟੀਆਂ ਕਿੱਥੇ ਨੇ? ਇਹੀ ਸਵਾਲ ਨੇ ਕਿ ਉਹ ਕਮੇਟੀਆਂ, ਜਿਹੜੀਆਂ ਕਮੇਟੀਆਂ ਤੁਸੀਂ ਗੱਲ ਕਰਦੇ ਹੋ, ਕਮੇਟੀਆਂ ਕਿੱਥੇ ਨੇ? ਜੇਕਰ ਉਹ ਕਮੇਟੀਆਂ ਬਣਾਈਆਂ ਨੇ ਤਾਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਣਾਈਆਂ ਨੇ, ਕਿਹੜੇ ਇਲਾਕਿਆਂ ਦੇ ਵਿੱਚ ਬਣਾਈਆਂ ਨੇ? ਤੇ ਜੇ ਉਹ ਕਮੇਟੀ ਬਣਾਈ ਹੋਈ ਹੈ ਤਾਂ ਹੁਣ ਕੀ ਮਾਨਸਾ ਦੇ ਵਿੱਚ ਤੁਸੀਂ ਉਹ ਕਮੇਟੀ ਮਾਨਸਾ 'ਚ ਵੀ ਬਣਾਈ ਹੋਊਗੀ? ਮਾਨਸਾ ਹੀ ਪੰਜਾਬ ਦੇ ਵਿੱਚ ਹੀ ਆਉਂਦਾ। ਤਾਂ ਫਿਰ ਕੀ ਹੁਣ ਉਹ ਕਮੇਟੀ ਇਸ ਤੇ ਕੰਮ ਕਰੂਗੀ? ਮੈਂ ਉਹੀ ਦੁਬਾਰੇ ਉਹੀ ਮੈਂ ਤੁਹਾਨੂੰ ਜਵਾਬ ਦੇ ਰਿਹਾ ਕਿ ਉਹ ਕਮੇਟੀ ਹੁਣ ਵੀ ਕੰਮ ਕਰੂਗੀ। ਤੇ ਜੇ ਉਹ ਕਮੇਟੀ ਹੁਣ ਵੀ ਕੰਮ ਕਰਦੀ ਆ, ਜਿਹੜਾ ਵੀ ਦੋਸ਼ੀ ਆ, ਚਾਹੇ ਉਹ ਔਰਤਾਂ ਤੇ ਚਾਹੇ ਉਹ ਪੁਲਿਸ ਆ, ਜੇਕਰ ਉਹ ਕਮੇਟੀ ਫਿਰ ਜਿਹੜੀ ਹੈਗੀ ਦੋਸ਼ੀ ਕਰਾਰ ਦੇ ਕੇ ਇੱਕ ਨੂੰ ਉਸ ਤੋਂ ਬਾਅਦ ਸਰਕਾਰ ਜਿਹੜੀ ਆ ਉਹ ਕਾਰਵਾਈ ਕਰਦੀ ਆ ਕਿਸੇ ਤਰ੍ਹਾਂ ਦੀ, ਤਾਂ ਫਿਰ ਅਸੀਂ ਮੰਨਾਂਗੇ ਕਿ ਤੁਸੀਂ ਕੰਮ ਵਾਕਿਆ ਦੇ ਵਿੱਚ ਸਹੀ ਕਰ ਰਹੇ ਹੋ। ਫਿਰ ਅਸੀਂ ਮੰਨਾਂਗੇ ਤੁਸੀਂ ਆਮ ਲੋਕਾਂ ਦੀ ਗੱਲ ਸੁਣ ਰਹੇ ਹੋ, ਜੋ ਤੁਸੀਂ ਕਹਿ ਰਹੇ ਹੋ ਉਹ ਕਰ ਰਹੇ ਹੋ, ਆਪਦੀ ਕਹਿਣੀ ਤੇ ਖਰੇ ਉਤਰ ਰਹੇ, ਤੁਸੀਂ ਬਦਲਾਅ ਲੈ ਕੇ ਆ ਰਹੇ ਹੋ ਕਿ ਨਹੀਂ? ਜੀ।